शहीद आज़म सर भगत सिंह राजगुरू ते सुखदेव बेशक सारे संसार दे विच उन्हां दी कुर्बानी दा कोई मुकाबला नहीं, लेकिन फिर भी भारत दी सरकार ने उन्हां नूं शहीदां दा दर्जा नहीं दिता। और अज दे प्रोग्राम दे विच इस दी तफसील अते खास तौर ते भगत सिंह दी फिलासफी ते उत्ते कि उन्हां ने की पढ़िया, की लिखिया, अपने पिछे की छड्ड गए, की एक हकीकत की है कि उन्हां दा सुपना की सी, वो किहो जिहा भारत वेखना चाहुंदे सन और उन्हां दे सुपने दा भारत हाले तक बन ना सकिया, उस ते पूरा ना उतर सकिया। सो इस दा पछतावा उन्हां दे उपासकां नूं और भगत सिंह दे वारसां नूं बड़ा है। अज प्रिंसीपल कश्मीरा सिंह जी इस गल दा लेखा जोखा भी साडे नाल करनगे अते होर डिटेल्स च उन्हां दी फिलासफी दीयां गल्लां बातां होणगीਆਂ। प्रोफेसर जी आयां नूं तुहाडा बहुत बहुत स्वागत है जी। थैंक यू सिंह साहब। सिंह साहब देखो, मेरा ख्याल है भी अज आपां गलबात जिहड़ी हैगी आ उन्हां दी जीवनी ते तां बहुता नहीं करांगे, पता ही है सारिਆਂ ਨੂੰ भी कदों जन्म होया, कदों उन्हां दी शहीदी होई, की कीता, इहदे ते नहीं। ਜਿਹੜਾ सब तो रौले वाली गल हैगी आ ਉਹ हैगी जी उन्हां दी फिलासफी दी गल। और मैं इस पहले तो मैं दस देवां भी ये ਜਿਹੜੇ शहीद भगत सिंह ये मोस्ट पॉपूलर परसन इंडिया ਦੇ ਵਿੱਚ ਉਦੋਂ ਵੀ ਸੀ ਤੇ ਹੁਣ ਵੀ ਹੈ। ਇੰਨਾ ਕੋਈ ਹੋਰ ਆਜ਼ਾਦੀ ਦਾ ਘੁਲਾਟੀਏ ਦਾ ਨਾਂ ਨਹੀਂ ਹੋਇਆ ਜਿੰਨਾ ਭਗਤ ਸਿੰਘ ਦਾ ਹੋਇਆ ਜਾ। ਠੀਕ ਹੈ, ਅੱਛਾ ਹੁਣ ਜਿਹੜਾ ਰੌਲਾ ਪੈਂਦਾ ਅੱਜ ਮੈਂ ਇੱਕ ਸੁਣਨ ਵਾਲਿਆਂ ਨੂੰ ਇਹ ਕਹਿ ਦੇਵਾਂ ਵੀ ਥੋੜ੍ਹਾ ਜਿਹਾ ਇਹਦੇ 'ਤੇ ਧਿਆਨ ਦੇਣ ਦੀ ਥੋੜ੍ਹੀ ਗੱਲ ਔਖੀ ਹੋਣੀ ਆ ਜਿਹੜੀ ਅੱਜ ਮੈਂ ਕਰਨੀ ਆ। ਇਹਨੂੰ ਸਮਝਣਾ ਥੋੜ੍ਹਾ ਜਿਹਾ ਔਖਾ ਹੋਣਾ, ਪਰ ਮੈਂ ਜਿੰਨੀ ਕੁ ਮੇਰੀ ਸਮਝ ਹੈਗੀ ਉਹਦੇ ਮੁਤਾਬਕ ਇਹਨੂੰ ਸੌਖਾ ਬਣਾ ਕੇ ਕੋਸ਼ਿਸ਼ ਕਰਾਂਗੇ ਕਰਨ ਦੀ, ਪਰ ਇਹਨੂੰ ਧਿਆਨ ਨਾਲ ਥੋੜ੍ਹਾ ਜਿਹਾ ਸੁਣਨ ਵਾਲੀ ਗੱਲ ਹੋਣੀ ਅੱਜ ਦੀ ਗੱਲ ਹੈ। ਜਿੰਨੀ ਭਗਤ ਸਿੰਘ ਦੀ ਫਿਲਾਸਫੀ ਨੂੰ ਤੋੜਿਆ ਮਰੋੜਿਆ ਗਿਆ ਨਾ ਜੀ, और मेरा ख्याल किसी होर लीडर की फिलासफी में इन्ना तोड़िया मरोड़िया नहीं गया। और जिन्नी भगत सिंह की फिलासफी स्पष्ट सी उन्नी किसी की स्पष्ट नहीं है। सब तो बाद इनू तोड़िया मरोड़िया गया जी इस फिलासफी में। कोई इनू कुछ कही जाता, कोई कही जाता जी सिख सी जी, कोई आर्या समाजी सी, कोई हिंदू सी जी, ये तो शुद्ध फलाना सी, ये तो कुर्बानी नूं वरत के कई तरीके दे उल्लू सीधे कीते हाँ जिद्दां जिद्दां फिट आउंदी है किसी नूं उद्दां उद्दां लाई जांदे आ। हालांकि भगत सिंह उन्हां दी जिहड़ी फिलासफी वो बहुत क्लीयर शब्दां दे विच वो लिख के छड्ड गए आ। क्लीयर शब्दां दे विच उहदे च कोई एम्बीग्यूटी नहीं है, कोई रौला नहीं है ਉਹਦੇ ਵਿੱਚ ਵੀ ਮੈਂ ਸਿੱਖ ਹਾਂ ਕਿ ਮੈਂ ਹਿੰਦੂ ਹਾਂ ਜਾਂ ਮੈਂ ਭਾਰਤੀ ਹਾਂ ਜਾਂ ਫਲਾਣਾ। ਮੈਂ ਕਰੂੰਗਾ ਇਹ 'ਤੇ ਵੀ ਗੱਲ ਜਾ ਕੇ ਜਿਹੜੀ ਹੈਗੀ ਗੱਲ। ਸੋ ਉਹਦੇ ਵਿੱਚ ਇਹ ਆ ਉਹ ਬੜੀ ਕਲੀਅਰ ਫਿਲਾਸਫੀ ਸੀਗੀ। ਪਹਿਲਾਂ ਤਾਂ ਮੈਂ ਇੱਕ ਗੱਲ ਕਲੀਅਰ ਕਰ ਦੇਵਾਂ ਜਿਹੜਾ ਸਾਰਿਆਂ ਨੂੰ ਇਸ ਗੱਲ ਦੇ ਵਿੱਚ ਭੁਲੇਖਾ ਆ ਜਾ ਕੇ ਵੀ ਭਗਤ ਸਿੰਘ ਜਿਹੜਾ ਸੀ ਉਹ ਹਿੰਦੁਸਤਾਨ ਦੀ ਆਜ਼ਾਦੀ ਦਾ ਘੁਲਾਟੀਆ ਨਹੀਂ ਸੀ। ਭਗਤ ਸਿੰਘ ਜਿਹੜਾ ਸੀ ਉਹ ਆਲਮੀ ਇਨਕਲਾਬ ਦਾ ਬੰਦਾ ਸੀਗਾ ਜਾ ਕੇ ਜੀ। ਉਹ ਹਿੰਦੁਸਤਾਨ ਦੀ ਆਜ਼ਾਦੀ ਨੂੰ ਇੱਕ ਸਟੈਪ ਸਮਝਦੇ ਸੀ ਵਰਲਡ ਰੈਵੋਲੂਸ਼ਨ ਦੇ ਲਈ। ਉਹ ਇਹ ਸਮਝਦੇ ਸੀ ਪ੍ਰੋਲੇਟੇਰੀਅਤ ਦੀ ਆਜ਼ਾਦੀ, ਮਜ਼ਦੂਰ ਦੀ ਆਜ਼ਾਦੀ, ਕਿਸਾਨ ਦੀ ਆਜ਼ਾਦੀ ਜਿਹੜੀ ਹੈਗੀ ਇਹ ਲੁੱਟ ਹੋਣ ਬੰਦੇ ਦੀ ਆਜ਼ਾਦੀ ਲਈ ਲੜਿਆ। ਕਿਤੇ ਵੀ ਤੁਸੀਂ ਦੇਖ ਲਓ ਭਗਤ ਸਿੰਘ ਨੇ ਕਦੇ ਵੀ ਭਾਰਤ ਮਾਤਾ ਕੀ ਜੈ ਦਾ ਨਾਅਰਾ ਨਹੀਂ ਲਾਇਆ। ਆਲਵੇਜ਼ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਆਇਆ, ਆਲਵੇਜ਼ ਇਨਕਲਾਬ ਜ਼ਿੰਦਾਬਾਦ ਦਾ, ਜੈ ਹਿੰਦ ਦਾ ਵੀ ਨਹੀਂ ਲਾਇਆ ਕਦੇ। ਇਹ ਹੁਣ ਮੈਂ ਤਾਂ ਗੱਲਾਂ ਕਹਿੰਦਾ ਵੀ ਇਹ ਗੱਲਾਂ ਦੇ ਵਿੱਚ ਰੌਲਾ ਪੈਣਾ ਹੁਣ ਇਹ ਜਿਹੜੀਆਂ ਹੈਗੀਆਂ ਵੀ ਤੁਸੀਂ ਕੀ ਗੱਲਾਂ ਕਹੀ ਜਾਂਦੇ ਆ ਜੀ। ਆਲਵੇਜ਼ ਇਨਕਲਾਬ ਦੀ ਗੱਲ ਹੋਈ ਹੈ। ਹੁਣ ਮੈਂ ਤੁਹਾਨੂੰ ਦੱਸਦਾ ਜਿੱਦਣ 21 ਜਨਵਰੀ 1930 ਨੂੰ ਉਹਨਾਂ ਦੇ ਟਰਾਇਲ ਦੇ ਵਿੱਚ ਆਉਂਦੇ ਆ ਜੀ, ਤਾਂ ਆਉਂਦਿਆਂ ਦੇ ਉਹਦੀ 4 ਨਾਅਰੇ ਲਾਏ ਜੀ ਉਹਦੇ ਸਾਰਿਆਂ ਦੇ। ਪਹਿਲਾ ਨਾਅਰਾ ਉਹਨਾਂ ਨੇ ਲਾਇਆ ਜੀ ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ। ਲਿਖਤੀ ਪਈ ਹੈ ਗੱਲ, ਇਹ ਮੈਂ ਕੋਲੋਂ ਨਹੀਂ ਕਹਿ ਰਿਹਾ। ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ। ਦੂਜਾ ਨਾਅਰਾ ਉਹਨਾਂ ਦਾ ਸੀਗਾ ਜੀ ਲੌਂਗ ਲਿਵ ਕਮਿਊਨਿਸਟ ਇੰਟਰਨੈਸ਼ਨਲ। ਹੁਣ ਕਮਿਊਨਿਸਟ ਇੰਟਰਨੈਸ਼ਨਲ ਕੀ ਹੈ ਜੀ? ਇਹ ਜਿਹੜੀ ਹੈਗੀ ਆ ਕਮਿਊਨਿਸਟ, ਇਹਨੂੰ ਥਰਡ ਇੰਟਰਨੈਸ਼ਨਲ ਵੀ ਕਹਿ ਦਿੰਦੇ ਆ, ਥਰਡ ਕਮਿਊਨਿਸਟ ਵੀ ਕਹਿ ਦਿੰਦੇ ਆ। ਇਹ 1919 ਦੇ ਵਿੱਚ ਲੈਨਨ ਨੇ ਰਸ਼ੀਅਨ ਇਨਕਲਾਬ ਆਉਣ ਤੋਂ ਬਾਅਦ ਰੂਸੀ ਇਨਕਲਾਬ ਆਇਆ 1917 ਦੇ ਵਿੱਚ। 1919 ਦੇ ਵਿੱਚ ਉਹਨੇ ਇੱਕ ਕਮਿਊਨਿਸਟ ਇੰਟਰਨੈਸ਼ਨਲ ਲੀਗ ਬਣਾਈ ਜਿਹਦੇ ਵਿੱਚ ਉਹਨੇ ਕਿਹਾ ਵੀ ਹੁਣ ਸਾਰਿਆਂ ਨੇ ਵਰਲਡ ਰੈਵੋਲੂਸ਼ਨ ਲਈ ਕੰਮ ਕਰਨਾ। ਜਿੱਥੇ ਜਿੱਥੇ ਵੀ ਕਮਿਊਨਿਸਟ ਬੈਠੇ ਉਹ ਆਪਣੇ ਆਪਣੇ ਜਥੇਬੰਦ ਕਰਨ ਤੇ ਇਹਦੇ ਮੈਂਬਰ ਬਣਨ ਤੇ ਮੈਂਬਰ ਬਣ ਕੇ ਫਿਰ ਆਪਣੇ ਆਪਣੇ ਮੁਲਕਾਂ ਦੇ ਵਿੱਚ ਵਰਲਡ ਰੈਵੋਲੂਸ਼ਨ ਲਈ ਕੰਮ ਕਰਨ। ਕਿਉਂਕਿ ਵਰਲਡ ਰੈਵੋਲੂਸ਼ਨ ਤਾਂ ਆਉਣਾ ਪਹਿਲਾਂ ਆਪਣੇ ਮੁਲਕ ਵਿੱਚ ਰੈਵੋਲੂਸ਼ਨ ਲਿਆਉਣ ਜਾ ਕੇ। ਤੀਜਾ ਨਾਅਰਾ ਇਹ ਸੀਗਾ ਜਾ ਕੇ ਉਹਨਾਂ ਦਾ ਵੀ ਲੌਂਗ ਲਿਵ ਪੀਪਲ। ਆਖਰੀ ਨਾਅਰਾ ਇਹ ਲੈਨਨਸ ਨੇਮ ਵਿਲ ਨੈਵਰ ਡਾਈ। ਇਹ ਸਾਰੀਆਂ ਲਿਖਤੀ ਰੂਪ ਦੇ ਵਿੱਚ ਪਈਆਂ ਗੱਲਾਂ। ਸੋ ਉਹਦੇ ਵਿੱਚ ਜਿਸ ਵੇਲੇ ਫਿਰ ਟਰਾਇਲ ਸ਼ੁਰੂ ਹੋਇਆ ਜੀ ਤਾਂ ਫਿਰ ਉਹ ਮੈਜਿਸਟ੍ਰੇਟ ਨੂੰ ਇੱਕ ਬਿਆਨ ਦਿੰਦੇ ਆ। ਮੈਜਿਸਟ੍ਰੇਟ ਨੂੰ ਬਿਆਨ ਦੇ ਕੇ ਉਹਨੂੰ ਕਹਿੰਦੇ ਵੀ ਇਹ ਸਾਰਾ ਜਿਹੜਾ ਸਾਡਾ ਬਿਆਨ ਹੈ ਇਹ ਜਿਹੜੀ ਉਹਦਾ ਨਾਂ ਉਸ ਵੇਲੇ ਥਰਡ ਇੰਟਰਨੈਸ਼ਨਲ ਬਾਅਦ 'ਚ ਪੈ ਗਿਆ ਸੀ, ਇਹ ਉਹਨੂੰ ਭੇਜ ਦਿੱਤਾ ਜਾਵੇ।
ਉਹਦੇ ਵਿੱਚ ਉਹ ਸਾਰਾ ਇੱਦਾਂ ਲਿਖਦੇ ਆ ਵੀ ਲੈਨਨ ਲਈ ਇੱਦਾਂ ਹੈ, ਲੈਨਨ ਲਈ ਇੱਦਾਂ ਆ, ਤੇ ਲੈਨਨ ਲਈ ਇੱਦਾਂ ਆ। ਤਾਂ ਉਹ ਲਾਸਟ ਜਿਹੜਾ ਉਹਦੇ ਵਿੱਚ ਹੈਗਾ ਵੀ ਵਧਾਈ ਦਿਓ, ਦੁਨੀਆ ਸਾਰੀ ਇੱਦਾਂ ਖੁਸ਼ ਆ ਉਹਨਾਂ ਦੇ ਜਨਮ ਦਿਨ 'ਤੇ। ਇੱਕ ਲਾਸਟ ਵਿੱਚ ਉਹ ਖਤਮ ਇੱਦਾਂ ਕਰਦੇ ਆ, ਪ੍ਰੋਲੋਟੇਰੀਏਟ ਵਿਲ ਵਿਨ, ਪ੍ਰੋਲੋਟੇਰੀਏਟ ਜਿੱਤੂਗੀ, ਕੈਪੀਟਲਿਜ਼ਮ ਵਿਲ ਬੀ ਡਿਫੀਟਡ। ਇਹ ਜਿਹੜੇ ਉਹਨਾਂ ਦੇ ਲਾਸਟ ਦੇ ਵਿੱਚ ਉਹਦੇ ਵਿੱਚ ਹੈਗੇ ਆ। ਸੋ ਇਸ ਗੱਲ ਕਰਕੇ ਇਹ ਗੱਲ ਬਿਲਕੁਲ ਕਲੀਅਰ ਸੀਗੀ ਵੀ ਉਹ ਜਿਹੜੀ ਸੀ ਆਲਮੀ ਇਨਕਲਾਬ ਦੇ ਬੰਦੇ ਸੇ, ਵਰਲਡ ਰੈਵੋਲੂਸ਼ਨ ਵਾਲੇ ਬੰਦੇ ਸੇ, ਔਰ ਉਹ ਸਮਝਦੇ ਸੀਗੇ ਵੀ ਜਿਹੜਾ ਅੰਗਰੇਜ਼ ਸਾਮਰਾਜ ਆ ਇਹ ਅੜਿੱਕਾ ਆ ਉਹਦੇ ਵਿੱਚ, ਜਿੱਥੇ ਜਿੱਥੇ ਵੀ ਤੁਸੀਂ ਸਾਮਰਾਜੀਏ ਬੈਠੇ ਆ ਉੱਥੇ ਉੱਥੇ ਸਟਰਗਲਾਂ ਆਪਣੀਆਂ ਤੇਜ਼ ਕਰੋ ਜਾ ਕੇ, ਤਾਂ ਕਿ ਅਸੀਂ ਦੁਨੀਆ ਦੇ ਗਰੀਬ ਲੋਕਾਂ ਨੂੰ ਇਹਨਾਂ ਦੇ ਚੁੰਗਲ ਤੋਂ ਆਜ਼ਾਦ ਕਰ ਸਕੀਏ ਜਾ ਕੇ। ਵੀ ਹੁਣ ਉਹ ਸਾਰਾ ਹੀ ਪੇਸ਼ ਇੱਦਾਂ ਕੀਤਾ ਜਾਂਦਾ ਜਾ ਕੇ ਜੀ, ਇਹ ਵੀ ਉਹ ਤਾਂ ਜੀ ਅੱਛਾ ਦੇਖੋ, ਇੱਕ ਹੁਣ ਜਿਹੜਾ ਰੌਲਾ ਇਹ ਹੈ ਜੀ ਵੀ ਆਰੀਆ ਸਮਾਜ ਵਾਲੀ ਗੱਲ ਆ, ਆਰੀਆ ਸਮਾਜ ਦੇ ਮੰਦਰਾਂ ਵਿੱਚ ਉਹ ਰਹੇ ਆ। ਦੂਜੀ ਗੱਲ ਮੈਂ ਇਹ ਵੀ ਦੱਸ ਦੇਵਾਂ, ਆਰੀਆ ਸਮਾਜ ਦਾ ਬਹੁਤ ਰੋਲ ਰਿਹਾ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ, ਔਰ ਹਿੰਦੁਸਤਾਨ ਦੇ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਣ ਦੇ ਲਈ। ਆਰੀਆ ਸਮਾਜ ਨੇ ਮੂਰਤੀ ਪੂਜਾ ਦਾ ਵੀ ਖੰਡਨ ਕੀਤਾ, ਆਰੀਆ ਸਮਾਜ ਨੇ ਜ਼ਾਤ ਪਾਤ ਦਾ ਵੀ ਖੰਡਨ ਕੀਤਾ, ਆਰੀਆ ਸਮਾਜ ਨੇ ਚਾਈਲਡ ਮੈਰਿਜਸ ਦਾ ਵੀ ਖੰਡਨ ਕੀਤਾ, ਆਰੀਆ ਸਮਾਜ ਨੇ ਜਿਹੜਾ ਹੈਗਾ ਜੀ ਬਹੁਤ ਇੱਦਾਂ ਦੇ ਕੰਮ ਕੀਤੇ ਆ, ਔਰ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਵੀ ਬੜਾ ਹਿੱਸਾ ਪਾਇਆ, ਇਹ 'ਚ ਕੋਈ ਡਾਊਟ ਨਹੀਂ ਹੈ। ਪਰ ਇਹ ਕਹਿਣਾ ਵੀ ਭਗਤ ਸਿੰਘ ਆਰੀਆ ਸਮਾਜੀ ਸੀ, ਇਹ ਨਹੀਂ। ਜਾਂ ਭਗਤ ਸਿੰਘ ਸਿੱਖ ਸੀਗੇ ਤੇ ਕਿਉਂਕਿ ਉਹਨੇ ਕੇਸ ਰੱਖੇ ਉਸੇ, ਬਾਅਦ ਦੇ ਵਿੱਚ ਕੇਸ ਕਟਾ ਦਿੱਤੇ ਗਏ ਤਾਂ ਉਹ ਨੌਨ ਸਿੱਖ ਹੋ ਗਏ, ਇੱਦਾਂ ਹੈ ਨਾ ਸੀ। ਹੀ ਵਾਜ਼ ਅ ਹਿਊਮਨ ਬੀਇੰਗ। ਉਹ ਜਿਹੜੇ ਸੀਗੇ ਉਹਨੀ ਇੱਕੋ ਗੱਲ ਸੀ, ਜੇ ਉਹਨਾਂ ਦੀ ਕਮਿਟਮੈਂਟ ਸੀਗੀ ਤਾਂ ਉਹ ਸੀ ਸਾਰੀ ਇਨਸਾਨ ਜਾਤੀ ਨੂੰ ਕਮਿਟਮੈਂਟ ਸੀਗੀ, ਕਿਸੇ ਖਾਸ ਫਿਰਕੇ ਨੂੰ ਕਮਿਟਮੈਂਟ ਨਹੀਂ ਸੀ, ਨਾ ਕਿਸੇ ਖਾਸ ਦੇਸ਼ ਨੂੰ ਕਮਿਟਮੈਂਟ ਸੀ। ਅੱਛਾ, ਬਸ ਇਹ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਦੇ ਅੰਗਰੇਜ਼ੀ ਸਾਮਰਾਜ ਤੋਂ ਆਜ਼ਾਦ ਕਰਾਉਣ ਲਈ ਉਹਨਾਂ ਨੇ ਕਾਫੀ ਕੰਮ ਕੀਤਾ, ਉਹਦੇ ਵਿੱਚ ਕਈ ਗੱਲਾਂ ਕਹੀਆਂ ਵੀ ਆ ਕਿ ਅਸੀਂ ਇਹਨਾਂ ਨੂੰ ਇੱਥੋਂ ਕੱਢਣਾ ਚਾਹੁੰਦੇ ਹਾਂ। ਕਿਉਂ ਕੱਢਣਾ ਚਾਹੁੰਦੇ ਆ? ਇਸ ਕਰਕੇ ਕੱਢਣਾ ਚਾਹੁੰਦੇ ਆ ਵੀ ਦੁਨੀਆ ਦੇ ਵਿੱਚ ਸਾਮਰਾਜ ਦਾ ਬੜਾ ਮੂੰਹ ਆ, ਇਹ ਜਾ ਕੇ ਇਹ ਦੁਨੀਆ ਦੇ ਵਿੱਚ ਰੋਕ ਰਹੇ ਆ। ਹਿੰਦੁਸਤਾਨ ਦੇ ਵਿੱਚ ਜੇ ਸਾਮਰਾਜ ਦੀ ਕੋਈ ਪ੍ਰਤੀਨਿਧਤਾ ਕਰਦਾ ਸੀ ਤਾਂ ਇੰਗਲੈਂਡ ਕਰਦਾ ਸੀ, ਇੰਗਲੈਂਡ ਕਰਦਾ ਸੀ ਜਿਹੜਾ ਉਹਨੂੰ ਰੋਕ ਰਿਹਾ ਸੀਗਾ ਜਾ ਕੇ। ਉਹਦੇ ਵਿੱਚ ਕਲੀਅਰ ਗੱਲਾਂ ਉਹਨੇ ਜਾ ਕੇ ਗਿਆ ਵੀ ਅਸੀਂ ਤਾਂ ਰੈਵੋਲੂਸ਼ਨ ਲੜ, ਅਸੀਂ ਇਨਕਲਾਬ, ਆਲਵੇਜ਼ ਇਨਕਲਾਬ ਜ਼ਿੰਦਾਬਾਦ ਦੀ ਗੱਲ ਹੁੰਦੀ ਸੀ ਜੀ। ਕਦੇ ਇੱਦਾਂ ਨਹੀਂ ਸੀ ਹੁੰਦਾ ਵੀ ਭਾਰਤ ਮਾਤਾ ਕੀ ਜੈ ਜਾਂ ਫਲਾਣੇ ਦੀ ਕਹਿ ਜੈ, ਉਹਨੇ ਕਦੇ ਨਹੀਂ ਕਿਹਾ। ਫਿਰ ਤੁਸੀਂ ਦੇਖੋ, ਜੇ ਹੁਣ ਦੇਖੋ ਧਰਮ ਦਾ ਹੀ ਰੌਲਾ ਪਿਆ ਜਾਵੇ, ਵੈਰੀ ਕਲੀਅਰ ਹੈ। ਉਹਨੇ ਆਰਟੀਕਲ ਲਿਖ ਕੇ ਐਨ ਕਲੀਅਰ ਕਰਤਾ, ਮੈਂ ਨਾਸਤਕ ਕਿਉਂ ਹਾਂ ਯਾਰ, ਕਿਉਂ ਉਹ ਮੈਂ ਵੀ ਪੜ੍ਹਿਆ, ਤੁਸੀਂ ਪੜ੍ਹਿਆ, ਮੇਰਾ ਖਿਆਲ ਬਹੁਤ ਪੋਪੂਲਰ, ਬਹੁਤ ਲੋਕਾਂ ਨੇ। ਮੈਂ ਤਾਂ ਇਹ ਗੱਲ ਕਹਿੰਦਾ ਵੀ ਭਗਤ ਸਿੰਘ ਉਹਨਾਂ ਬਾਰੇ ਭੁਲੇਖੇ ਇਸ ਗੱਲ ਦੇ ਬਾਵਜੂਦ ਵੀ, ਕਿਉਂਕਿ ਉਹ ਆਪਣੇ ਸਾਰੇ ਵਿਚਾਰ ਲਿਖ ਕੇ ਛੱਡ ਗਏ ਆ, ਫਿਰ ਵੀ ਇੰਨੇ ਭੁਲੇਖੇ ਪਾਏ ਜਾਂਦੇ ਆ, ਕਿਉਂਕਿ ਜਿੱਦਾਂ ਪੋਲੀਟੀਕਲ ਪਾਰਟੀਆਂ ਨੂੰ ਜਿੱਦਾਂ ਸੂਟ ਕਰਦਾ ਹੈ ਉੱਦਾਂ ਉਹਨਾਂ ਨੂੰ ਯੂਜ਼ ਕਰੀ ਜਾਂਦੇ ਆ ਵੀ ਜੀ ਇੱਦਾਂ ਹੀ ਅਸੀਂ ਇੱਦਾਂ ਸੀਗੇ, ਇੱਦਾਂ ਸੀਗੇ ਜਾ ਕੇ। ਹੁਣ ਦੇਖੋ, ਹੀ ਵਾਜ਼ ਅ ਸੋਸ਼ਲਿਜ਼ਮ ਠੀਕ ਆ ਜਾਂ ਗਲਤ ਆ ਮੈਨੂੰ ਨਹੀਂ ਪਤਾ, ਨਾ ਮੈਂ ਕਹਿੰਦਾ ਠੀਕ ਹੈ, ਉਹ ਸੋਸ਼ਲਿਸਟ ਸੀ, ਬਟ ਉਹ ਸੋਸ਼ਲਿਸਟ ਸੀ। ਹੀ ਵਾਜ਼, ਇਹ ਉਹਨਾਂ ਦੇ ਵਿਚਾਰ ਸੀਗੇ, ਉਹਨਾਂ ਦੇ ਵਿਚਾਰ ਸਹੀ ਜੇ ਜਾਂ ਗਲਤ ਸੇ, ਮੇਰਾ ਇਹਨਾਂ ਕੋਈ ਸਰੋਕਾਰ ਨਹੀਂ। ਮੈਂ ਤਾਂ ਸਿਰਫ ਇਹ ਦੱਸਣਾ ਚਾਹੁੰਦਾ ਵੀ ਇਸ ਭੁਲੇਖੇ ਵਿੱਚ ਨਾ ਕੋਈ ਰਹੇ ਜਾ ਕੇ ਵੀ ਉਹ ਹਿੰਦੂ ਸੀ ਜਾਂ ਸਿੱਖ ਸੀ ਜਾਂ ਦੇਸ਼ ਭਗਤ ਸੀ। ਉਹਦਾ ਆਲਮੀ ਇਨਕਲਾਬ ਦਾ ਬੰਦਾ ਸੀ ਜਾ ਕੇ, ਜਿਹੜਾ ਦੁਨੀਆ ਦੇ ਪ੍ਰੋਲੋਟੇਰੀਏਟ ਨੂੰ, ਪ੍ਰੋਲੋਟੇਰੀਏਟ ਕੀ ਹੁੰਦੀ ਹੈ, ਕੰਮ ਕਰਨ ਵਾਲੇ ਮਜ਼ਦੂਰ, ਜਿਹੜੇ ਹੇਠਲੇ ਤਬਕੇ ਦੇ, ਉਹਨਾਂ ਨੂੰ ਆਜ਼ਾਦ ਕਰਾ ਕੇ ਸਾਮਰਾਜ ਨੂੰ ਖਤਮ ਕਰਨ ਦੇ ਲਈ ਸਾਰੀ ਜਿਹੜੀ ਲੜਾਈ ਉਹਨੇ ਲੜੀ ਹੈ ਜਾ ਕੇ। ਔਰ ਇਹ ਹਿੰਦੁਸਤਾਨ ਦੇ ਵਿੱਚ ਕਿਉਂਕਿ ਅੰਗਰੇਜ਼ ਉਹਨਾਂ ਨੂੰ ਪ੍ਰਤੀਨਿਧ, ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰਦੇ ਸੀ ਸਾਮਰਾਜ ਦੀ ਉਸ ਵੇਲੇ ਜਾ ਕੇ, ਇਸ ਕਰਕੇ ਅੰਗਰੇਜ਼ਾਂ ਦੇ ਖਿਲਾਫ ਲੜਾਈ ਜਿਹੜੀ ਹੈ ਹਿੰਦੁਸਤਾਨ ਦੇ ਵਿੱਚ ਜ਼ਰੂਰੀ ਹੈ। ਬਾਕੀ ਜੇ ਤੁਸੀਂ ਕਹੋ ਵੀ ਉਹ ਬਾਕੀਆਂ ਦੇ ਨਾਲ ਰਲ ਕੇ ਕੀਤਾ ਉਹਨੇ ਜਾ ਕੇ, ਆਰੀਆ ਸਮਾਜ ਦੇ ਮੰਦਰਾਂ 'ਚ ਸ਼ਰਨ ਵੀ ਲਈ ਉਹਨੇ ਜਾ ਕੇ, ਠੀਕ ਹੈ ਨਾ, ਉਹਦੇ ਵਿੱਚ ਜਾ ਕੇ ਉਹ ਕੀਤਾ। ਹੁਣ ਜਿੱਦਾਂ ਤੁਸੀਂ ਦੇਖੋ ਪਿੱਛੇ ਜਾਂ ਕਿਸਾਨ ਮੂਵਮੈਂਟ ਵੀ ਚੱਲੀ ਹੈ, ਸਾਰੀ ਕਿਸਮ ਦੇ ਬੰਦੇ ਇਹਦੇ ਵਿੱਚ ਸੀਗੇ ਜਾ ਕੇ, ਉਹਦੇ ਵਿੱਚ ਲੈਫਟਿਸਟ ਵੀ ਸੀਗੇ, ਉਹਦੇ ਵਿੱਚ ਧਾਰਮਿਕ ਬੰਦੇ ਵੀ ਸੀਗੇ, ਉਹਦੇ ਦੂਜੇ ਵਿੱਚ ਸੀਗੇ, ਉਹ ਸਾਰੇ ਕੰਮ ਚੱਲਦੇ ਆ। ਤਿੰਨ ਸਾਹਿਬ ਮੈਂ ਇੱਕ ਉਹਨਾਂ ਦਾ ਇੱਕ ਉਹਨਾਂ ਦਾ ਲੈਟਰ ਪੜ੍ਹਿਆ, ਜਿਹੜਾ ਲਾਸਟ ਲੈਟਰ ਸੀ। ਕਈ ਵਾਰ ਮੈਨੂੰ ਆਉਂਦਾ ਜਾ ਕੇ ਜੀ ਵੀ ਕਮਾਲ ਦਾ ਬੰਦਾ ਸੀ, ਕਮਾਲ ਦਾ ਬੰਦਾ ਸੀ। ਔਰ 23 ਸਾਲ ਦੀ ਉਮਰ ਦੇ ਵਿੱਚ ਇੰਨੇ ਜਿਹੜੇ ਪੱਕੇ ਵਿਚਾਰ, ਤਾਂ ਉਹ ਮੈਂ ਇਸ ਕਰਕੇ ਨਹੀਂ ਕਹਿੰਦਾ ਵੀ ਕਿਉਂਕਿ ਨਾਂ ਬੜਾ ਸੀ, ਪਰ ਜਦ ਪੱਕੇ ਵਿਚਾਰ ਉਹ 'ਚ ਪਤਾ ਕੀ ਲਿਖਦੇ ਲੈਟਰ 'ਚ, ਉਹ ਕਹਿੰਦੇ ਆ ਵੀ ਇਹ ਮੇਰਾ ਜਿਹੜਾ ਹੈਗਾ ਆ ਇਹ ਮਰਨਾ ਠੀਕ ਆ ਹੁਣ, ਕਿਉਂਕਿ ਇਹ ਮਰਨ ਦੇ ਨਾਲ, ਮੈਂ ਕਹਿੰਦੇ ਇਸ ਵੇਲੇ ਹੁਣ ਇਹ ਹਿੰਦੁਸਤਾਨ 'ਚ ਹਾਲ ਹੋਇਆ ਆ ਵੀ ਮਾਵਾਂ ਆਪਣੇ ਬੱਚਿਆਂ ਨੂੰ ਭਗਤ ਸਿੰਘ ਦੇ ਨਾਂ ਤੋਂ ਇੰਸਪਾਇਰ ਕਰ ਰਹੀਆਂ। ਦੇਸ਼ ਦੇ ਕੋਨੇ ਵਿੱਚ ਕਹਿੰਦੇ ਮੇਰਾ ਨਾਂ ਇਸ ਵੇਲੇ ਹੋਇਆ ਆ, ਲੋਕ ਕਹਿੰਦੇ ਆ ਵੀ ਇਹ ਭਗਤ ਸਿੰਘ ਆਇਆ ਇਹ, ਉਹ ਕਹਿੰਦੇ ਮੇਰੀ ਹੁਣ ਸ਼ਹੀਦੀ ਠੀਕ ਆ। ਜੇ ਉਹ ਕਹਿੰਦੇ ਮੇਰੀ ਸ਼ਹੀਦੀ ਨਾ ਹੋਈ, ਦੇਖੋ ਫਿਕਰ ਆਈ ਕਹਿੰਦੇ ਆ, ਜੇ ਮੈਂ ਕਹਿੰਦੇ ਜਿੰਦਾ ਰਹਿ ਗਿਆ ਨਾ ਤਾਂ ਫਿਰ ਮੇਰੀਆਂ ਕਮਜ਼ੋਰੀਆਂ ਮੋਰੇ ਆਉਣ ਲੱਗ ਪੈਣੀਆਂ ਲੋਕਾਂ ਦੇ ਨਾਲ। ਉਹ ਲਿਖਦੇ ਆ ਇਹ ਨਾ ਕੰਸੀਡਰ ਕਰਿਓ ਵੀ ਮੈਂ ਮਰਨੋਂ ਡਰਦਾ ਨਹੀਂ ਹੈ, ਡਰ ਮੈਨੂੰ ਵੀ ਲੱਗਦਾ ਮੌਤ ਦਾ ਕਹਿੰਦੇ,
ਪਰ ਮੈਨੂੰ ਲੱਗਦਾ ਵੀ ਮੇਰੀ ਜੇ ਮੈਂ ਨਾ ਮਰਾਂ ਤਾਂ ਇਹਦਾ ਨੁਕਸਾਨ ਹੋਣਾ ਉਸ ਮੂਵਮੈਂਟ ਨੂੰ, ਫਾਇਦਾ ਤਾਂ ਹੋਣਾ ਜੇ ਹੁਣ ਮੈਂ ਮਰਾਂ ਇਸ ਗੱਲ ਦੇ। ਕਿੰਨੀ ਮੈਚੋਰਿਟੀ ਹੈ ਦੇਖੋ। ਉਸ ਵੇਲੇ ਸਭ ਤੋਂ ਵੱਧ ਜਿਹੜੀ ਇਨਕਲਾਬੀਆਂ ਨੂੰ ਇੰਸਪਾਇਰ ਕੀਤਾ ਉਹ ਕੀਤਾ ਰਸ਼ੀਅਨ ਰੈਵੋਲੂਸ਼ਨ ਨੇ, ਜ਼ਿਆਦਾ ਇੰਸਪਾਇਰ ਕੀਤਾ ਲੈਨਨ ਨੇ। ਭਗਤ ਸਿੰਘ ਉਹਨਾਂ ਨੂੰ ਮਾਰਕਸ ਨੇ ਵੀ ਕੀਤਾ ਕਿਉਂਕਿ ਉਹਨੇ ਪੜ੍ਹਿਆ ਬੱਚੇ, ਮਾਰਕਸ ਨਾਲੋਂ ਜ਼ਿਆਦਾ ਪਰ ਲੈਨਨ ਤੇ ਜ਼ਿਆਦਾ ਉਹਨਾਂ ਨੂੰ ਇੰਸਪਾਇਰ ਕੀਤਾ ਜਾ ਕੇ, ਜਿਹਨ ਪ੍ਰੈਕਟੀਕਲ ਰੂਪ ਦਿੱਤਾ ਉਸ ਇਨਕਲਾਬ ਨੂੰ ਜਾ ਕੇ। ਔਰ ਉਹਦੇ ਵਿੱਚ ਤੁਸੀਂ ਦੇਖੋ ਲਾਸਟ ਦੇ ਵਿੱਚ ਉਹ ਜਿਹੜੀ ਆਖਰੀ ਕਿਤਾਬ ਸੀ ਉਹ ਰੈਮਿਨਸੈਂਸ ਆਫ ਲੈਨਨ ਸੀ ਉਹਦਾ ਨਾਮ, ਜਿਹੜੀ ਕਿ ਉਹ ਪੜ੍ਹ ਰਹੇ ਸੀ ਜਦ ਉਹਨੂੰ ਫਾਂਸੀ ਹੋ ਗਈ ਔਰ ਜਦ ਦੱਸਤਾ ਗਿਆ। ਹਾਂ ਅੱਛਾ ਤੁਸੀਂ ਦੇਖੋ ਉਹ ਉਸ ਬੰਦੇ ਦੀ ਥਿੰਨ ਸਾਹਿਬ ਜਦੋਂ ਉਹ ਪੁੱਛਦੇ ਆ ਵੀ ਤੇਰੀ ਲਾਸਟ ਡਿਜ਼ਾਇਰ ਕੀ ਹੈ, ਉਹ ਕਹਿੰਦੇ ਲਾਸਟ ਡਿਜ਼ਾਇਰ ਮੇਰੀ ਇਹ ਆ ਵੀ ਇਹ ਫਾਂਸੀ ਤੋਂ ਪਹਿਲਾਂ ਮੈਂ ਇਹ ਪੂਰੀ ਮੁਕੰਮਲ ਕਰ ਲਵਾਂ। ਅੱਛਾ ਜਦ ਮੈਂ ਇਹ ਗੱਲ ਪੜ੍ਹੀ ਮੈਨੂੰ ਫਿਰ ਚੇਤਾ ਆ ਗਿਆ, ਮੈਂ ਕਿਹਾ ਵੀ ਆਪਾਂ ਕਹਿੰਦੇ ਆ ਉਹਨੂੰ ਸੋਕਰੇਟਸ ਨੂੰ ਵੀ ਸੋਕਰੇਟਸ ਵਾਈਜ਼ੈਸਟ ਆਦਮੀ ਆਪਣੀ ਜਿਹੜਾ ਸੀ ਔਰ ਮਹਾਨ ਆਦਮੀ ਹੋਇਆ, ਉਹ ਸੋਕਰੇਟਸ ਦੀ ਵੀ ਗੱਲ ਇਹੀ ਹੈ ਤਕਰੀਬਨ। ਉਹ ਸੋਕਰੇਟਸ ਕੋ ਬੰਦਾ ਇੱਕ ਆਇਆ, ਉਹਨੇ ਇੱਕ ਸ਼ੇਰ ਪੜ੍ਹ ਕੇ ਉਹਨੂੰ ਸੁਣਾਇਆ ਜੀ, ਅਤੇ ਸੋਕਰੇਟ ਕਹਿੰਦਾ ਵੀ ਸ਼ੇਰ ਬੜਾ ਵਧੀਆ ਹੈ ਤਾਂ ਤੂੰ ਮੈਨੂੰ ਲਿਖ ਕੇ ਦੇ ਇਹ ਮੈਂ ਚੇਤੇ ਕਰਨਾ। ਉਹ ਬੰਦਾ ਕਹਿੰਦਾ ਵੀ ਪਰਸੋਂ ਨੂੰ ਤਾਂ ਮਰ ਜਾਣਾ, ਪਰਸੋਂ ਤੈਂ ਇਹ ਚੇਤੇ ਕਰਕੇ ਕੀ ਲੈਣਾ, ਤੈਨੂੰ ਜ਼ਹਿਰ ਦਾ ਪਿਆਲਾ ਦੇ ਦੇਣਾ, ਤੈਨੂੰ ਪਰਸੋਂ ਤਾਂ ਤੈਨੂੰ ਜ਼ਹਿਰ ਦਾ ਪਿਆਲਾ ਪਿਲਾ ਦੇਣਾ ਤੇਰੀ ਜਿੱਦਾਂ ਫਾਂਸੀ ਸੀ, ਵੀ ਤੈਂ ਇਹ ਚੇਤੇ ਕਰਕੇ ਕੀ ਲੈਣਾ। ਤਾਂ ਸੋਕਰੇਟਸ ਦਾ ਜਵਾਬ ਸੀ ਮੈਂ ਪਰਸੋਂ ਨੂੰ ਅੱਜ ਨਾਲੋਂ ਨੌਲੇਜੇਬਲ ਹੋ ਕੇ ਮਰਨਾ ਚਾਹੁੰਦਾ, ਮੈਂ ਚਾਹੁੰਦਾ। ਦੇਖੋ ਇਹੀ ਗੱਲ ਉਹ ਆ, ਦੇਖੋ ਉਹ ਬੰਦੇ ਨੇ ਮਰ ਜਾਣਾ ਜਾ ਕੇ, ਫਾਂਸੀ ਦੇ 2 ਦਿਨ ਰਹਿ ਗਏ ਆ, ਪਰ ਉਹ ਫਿਰ ਵੀ ਕਹਿੰਦਾ ਮੈਂ ਕੰਪਲੀਟ ਕਰ ਲਵਾਂ ਇਹ ਪੁਸਤਕ ਸਾਰੀ ਪੜ੍ਹਨੀ ਚਾਹੁੰਦਾ, ਪੁਸਤਕ ਮੈਂ ਪੜ੍ਹਨੀ ਚਾਹੁੰਦਾ। ਇਹ ਹੁਣ ਗੱਲਾਂ ਜਿਹੜੀਆਂ ਹੈਗੀਆਂ ਆਪਾਂ ਉੱਦਾਂ ਕਹਿ ਤਾਂ ਲਈਏ ਵੀ, ਪਰ ਇਹ ਆਮ ਬੰਦੇ ਦੇ ਮੂੰਹੋਂ ਨਹੀਂ ਨਿਕਲ ਸਕਦੀਆਂ। ਹੁਣ ਜਿਹੜਾ ਸਿਸਟਮ ਹੈ ਇੰਡੀਆ ਦੇ ਵਿੱਚ, ਉਹਨਾਂ ਨੂੰ ਫਾਇਦਾ ਇਸ ਗੱਲ ਦੇ ਵਿੱਚ ਹੁੰਦਾ ਜਾ ਕੇ ਵੀ ਉਹਨਾਂ ਨੂੰ ਇੱਕ ਬਹੁਤ ਇੱਦਾਂ ਦੇਸ਼ ਭਗਤ ਦੇ ਤੌਰ 'ਤੇ ਇੱਦਾਂ ਪੇਸ਼ ਕਰਕੇ ਫਿਰ ਸਾਨੂੰ ਫਾਇਦਾ ਹੁੰਦਾ। ਕੋਈ ਕਹਿੰਦੇ ਹੈਗੇ ਜਾ ਕੇ ਜੀ ਵੀ ਸਾਨੂੰ ਇੱਕ ਧਰਮ ਦੇ ਬੰਦੇ ਨੂੰ ਪੇਸ਼ ਕਰਕੇ ਫਾਇਦਾ, ਫੋਟੋਆਂ ਉਸ ਹਿਸਾਬ ਨਾਲ ਬਣਾ ਕੇ ਪੇਸ਼ ਕਰੀ ਜਾਂਦੇ ਜਿਹਨਾਂ ਨੂੰ ਸੂਟ ਕਰਦੀ ਜਾ ਕੇ। ਹੁਣ ਦੇਖਿਆ ਜਾਵੇ ਤਾਂ ਭਗਤ ਸਿੰਘ ਦੀਆਂ ਕਹਿੰਦੇ ਆ ਵੀ ਸਿਰਫ ਓਰੀਜਨਲੀ ਉਹਨਾਂ ਦੀਆਂ 4 ਫੋਟੋਆਂ ਅਵੇਲੇਬਲ ਆ। ਅੱਛਾ ਸਿਰਫ 4 ਅਵੇਲੇਬਲ ਆ ਔਰ ਬਲੈਕ ਐਂਡ ਵਾਈਟ 'ਚ। ਇੱਕ ਤਾਂ ਮੰਜੇ ਤੇ ਬੈਠੇ, ਇੱਕ ਮੰਜੇ ਤੇ ਬੈਠਿਆਂ ਦੀ ਜਿਹਦੇ ਵਿੱਚ ਸਿਰ ਤੇ ਪੱਗ ਹੈ ਨਹੀਂ, ਇੱਕ ਹੈਗੀ ਆ ਪੱਗ ਵਾਲੀ ਫੋਟੋ ਜਾ ਕੇ, ਇੱਕ ਹੈਗੀ ਆ ਹੈਟ ਵਾਲੀ ਫੋਟੋ ਜਾ ਕੇ, ਇੱਕ ਛੋਟੇ ਬੱਚੇ ਵਾਲੀ ਪੱਗ ਫੋਟੋ। ਬਾਕੀ ਸਰ ਬਣਾਈਆਂ, ਬਾਕੀ ਸਭ ਬਣਾਈਆਂ, ਕਿਤੇ ਕੋਈ ਕੇਸਰੀ ਰੰਗ ਨਹੀਂ ਹੈ, ਕਿਤੇ ਕੋਈ ਬਸੰਤੀ ਰੰਗ ਨਹੀਂ ਹੈ, ਕਿਤੇ ਕੁਛ ਨਹੀਂ ਹੈ ਜਾ ਕੇ, ਹੱਥ 'ਚ ਪਿਸਤੌਲ ਫੜ ਕੇ ਕਦੇ ਕੁਛ ਬਣਾ ਦਿੰਦੇ ਆ, ਕਦੇ ਕੁਛ ਬਣਾ ਦਿੰਦੇ ਆ ਜਾ ਕੇ। ਔਰ ਉਹ ਬਣਾਉਂਦੇ ਉਸ ਬੰਦੇ ਨੂੰ ਆ ਜਿਹਨੇ ਸਭ ਕੁਝ ਲਿਖ ਕੇ ਰੱਖ ਦਿੱਤਾ ਵੀ ਆਹ ਹੈਗਾ। ਮੈਂ ਇੱਕ ਆਰਟੀਕਲ ਪੜ੍ਹਿਆ ਜੀ, ਉਹ ਐਨ ਲਿਖ ਰਹੇ ਆ ਜਾ ਕੇ ਜੀ ਵੀ ਇਹ ਤਾਂ ਹਿੰਦੂ ਪਰਿਵਾਰ ਸੀਗਾ, ਆਰੀਆ ਸਮਾਜ ਪਰਿਵਾਰ ਸੀਗਾ, ਅਤੇ ਪਰਿਵਾਰ ਆਰੀਆ ਸਮਾਜ ਸੀਗਾ ਹੋਵੇ, ਇਹ 'ਚ ਡਾਊਟ ਵਾਲੀ ਕੁਛ ਨਹੀਂ ਗੱਲ ਹੈ। ਉਸ ਵੇਲੇ ਵੀ ਲੋਕਾਂ ਨੇ ਕੇਸ ਰੱਖੇ ਸੀਗੇ, ਪਰ ਫਿਰ ਵੀ ਧਰਮ ਬਦਲ ਲੈਣ ਤੇ। ਦੇਖੋ ਮੈਨੂੰ ਕੱਲ੍ਹ ਰਾਤੀ ਮੈਨੂੰ ਕਿ ਮੇਰੇ ਵਾਈਫ ਮੈਨੂੰ ਕਹਿੰਦੇ ਕਿ ਉਹ ਜੱਟ ਸੀ। ਮੈਂ ਕਿਹਾ ਦੇਖੋ ਇਹ ਜੱਟ ਤਾਂ ਸੀ, ਸੰਧੂ ਸੀ, ਜੱਟ ਤਾਂ ਸੀ। ਮੈਂ ਕਿਹਾ ਜੱਟ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਜੱਟ ਜਿਹੜੀ ਤੁਹਾਡੀ ਕਾਸਟ ਆ ਇਹ ਬਾਈ ਬਰਥ ਆ, ਉਹ ਡਿਨਾਈ ਨਹੀਂ ਕਰ ਸਕਦੇ ਸੀ ਇਸ ਗੱਲ ਤੋਂ। ਇਸ ਗੱਲ ਤੋਂ ਤੁਸੀਂ ਡਿਨਾਈ ਨਹੀਂ ਕਰ ਸਕਦੇ। ਪਰ ਜਿਹੜਾ ਤੁਹਾਡਾ ਤੁਸੀਂ ਹਿੰਦੂ ਤੁਸੀਂ ਸਿੱਖ ਬਣਨਾ, ਮੁਸਲਮਾਨ ਬਣਨਾ, ਈਸਾਈ ਬਣਨਾ, ਇਹ ਤੁਹਾਡੀ ਆਪਸ਼ਨ ਹੈ। ਉਹ ਵਿਕਾਸ ਕਰਕੇ ਕਿ ਕਿਸ ਕਿਸਮ ਦੇ ਮਨੁੱਖ ਬਣੇ, ਕਿਸ ਕਿਸਮ ਦੇ ਮਨੁੱਖ ਬਣੇ, ਉਹ ਇਨਸਾਨ ਇੱਕ ਕਿਸ ਕਿਸਮ ਦੇ ਬਣੇ। ਧਰਮ ਵੱਲ ਤੱਕ ਇਹ ਹੀ ਨਹੀਂ ਹੋਗੇ, ਧਰਮ ਦਾ ਤਾਂ ਉਹ ਗੱਲੇ ਕਲੀਅਰ ਕਰ ਦਿੱਤੀ ਉਹਨੇ ਉਸ ਆਰਟੀਕਲ ਦੇ ਵਿੱਚ ਵੀ ਵਾਈ ਆਈ ਐਮ ਐਨ ਏਥੀਸਟ। ਪਰ ਇਹ ਤਾਂ ਗੱਲ ਤੁਸੀਂ ਮੰਨਦੇ ਹੋ ਨਾ ਕਿ ਹਥਿਆਰਬੰਦ ਇਨਕਲਾਬ ਦੇ ਵਿੱਚ ਵਿਸ਼ਵਾਸ ਸੀ ਉਹਨਾਂ ਦਾ। ਦੇਖੋ ਇਹਦੇ ਵਿੱਚ ਵੀ ਉਹਨੇ ਵਾਇਲੈਂਸ ਦੇ ਬਹੁਤਾ ਹੱਕ 'ਚ ਨਹੀਂ ਲਿਖਿਆ ਹੈ, ਉਹਨੇ ਮਜਬੂਰੀ ਜ਼ਾਹਰ ਕੀਤੀ ਹੈ ਆਪਣੀ ਉਸ ਵੇਲੇ ਵੀ ਮਜਬੂਰੀ ਦੇ ਨਾਲ ਗੱਲ ਹੋ ਰਹੀ ਹੈ। ਪਰ ਇਹ ਵਾਇਲੈਂਸ ਦੇ ਵਿੱਚ ਬਹੁਤਾ ਯਕੀਨ ਨਹੀਂ ਉਹਨਾਂ ਦਾ ਬੰਦੇ ਮਾਰਨ ਦੇ ਵਿੱਚ, ਪਰ ਮਜਬੂਰੀ ਜ਼ਾਹਰ ਕੀਤੀ ਹੈ। ਦੇਖੋ ਤਿੰਨ ਸਾਹਿਬ ਹਰ ਬੰਦੇ ਨੂੰ ਜਦੋਂ ਆਪਾਂ ਪਰਖਦੇ ਹਾਂ, ਮੈਂ ਅੱਗੇ ਵੀ ਕਈ ਵਾਰ ਕਿਹਾ, ਜਦੋਂ ਵੀ ਆਪਾਂ ਕਿਸੇ ਬੰਦੇ ਨੂੰ ਪਰਖਣਾ ਆ ਤਾਂ ਉਹਨੂੰ ਉਹਦੇ ਟਾਈਮ ਦੇ ਵਿੱਚ ਰੱਖ ਕੇ ਆਪਾਂ ਪਰਖੀਏ ਜਾ ਕੇ, ਠੀਕ ਹੈ। ਉਹ ਪਰਿਸਥਿਤੀਆਂ ਕਿੱਦਾਂ ਦੀਆਂ ਸੀਗੀਆਂ। ਹੁਣ ਇੱਥੇ ਹਥਿਆਰ ਚੱਕਣ ਦੀ ਲੋੜ ਨਹੀਂ ਹੈ ਇੱਥੇ ਹਥਿਆਰ, ਕਿਉਂਕਿ ਇੱਥੇ ਪਰਿਸਥਿਤੀਆਂ ਨਹੀਂ ਉੱਦਾਂ ਦੀਆਂ ਹੈ। ਜਿਹੜੀਆਂ ਪਰਿਸਥਿਤੀਆਂ 'ਚ ਉਹ ਗੁਜ਼ਰ ਰਹੇ ਸੀ ਉਸ ਵੇਲੇ, ਜਾਂ ਜਿਨ੍ਹਾਂ ਪਰਿਸਥਿਤੀਆਂ ਵਿੱਚ 10ਵੇਂ ਗੁਰੂ ਸਾਹਿਬ ਗੁਜ਼ਰ ਰਹੇ ਸੀ, ਉਹਨਾਂ ਦੇ ਵਿੱਚ ਤੁਸੀਂ ਕਹੋ ਵੀ ਜਾ ਕੇ ਸ਼ਾਂਤੀ ਦਾ ਸੁਨੇਹਾ ਲੈ ਕੇ ਜਾਓ, ਉਹ ਨਹੀਂ ਸੀ ਆਉਣਾ, ਕਿਉਂਕਿ ਪਰਿਸਥਿਤੀਆਂ ਉੱਦਾਂ ਦੀਆਂ ਸੀਗੀਆਂ। ਚੂੰਕਾਰ ਅਜ਼ੁਮੇ ਹੀਲਤੇ ਦਰਗੁਜ਼ਸ਼ਤ ਹਲਾਲ ਅਸਤ ਬੁਰਦਨ ਬਸ਼ਮਸ਼ੀਰ ਦਾ, ਜਦੋਂ ਹੀਲੇ ਸਭ ਹੋਣ ਬੇਕਾਰ,
ਚੁੱਕ ਲੈਣੀ ਜਾਇਜ਼ ਉਦੋਂ ਤਲਵਾਰ, ਜਦੋਂ ਸਭ ਹੋਣ ਇੱਥੇ ਇੱਦਾਂ ਹੈ ਨਹੀਂ ਜਾ ਕੇ। ਸੋ ਇਹ ਕਹਿਣਾ ਜਾ ਕੇ ਵੀ ਉਹਨਾਂ ਨੇ ਹਥਿਆਰਬੰਦ ਕੀਤੀ ਆ, ਹੁਣ ਹਥਿਆਰਬੰਦ ਨਹੀਂ ਹੈ ਜਾ ਕੇ, ਇਹ ਉਹ ਬੇਇਨਸਾਫੀ ਹੋਊਗੀ ਉਹਨਾਂ ਬੰਦਿਆਂ ਦੇ ਨਾਲ ਜੇ ਉਹਨਾਂ ਨੂੰ ਉਸ ਬੰਦੇ ਨੂੰ ਅੱਜ ਦੇ ਹਿਸਾਬ ਨਾਲ ਪਰਖੇ ਜਾ ਕੇ, ਇੱਥੇ ਦੇ ਬੰਦਿਆਂ ਦੇ ਨਾਲ ਪਰਖੇ ਜਾ ਕੇ। ਹੁਣ ਈਵਨ ਜੇ ਆਪਾਂ ਅਫਗਾਨਿਸਤਾਨ 'ਚ ਜੋ ਕੁਛ ਹੋ ਰਿਹਾ ਉਹਨੂੰ ਕੈਨੇਡਾ ਦੇ ਹਿਸਾਬ ਨਾਲ ਪਰਖੀਏ ਤਾਂ ਅਸੀਂ ਸਹੀ ਐਨਾਲਿਸਿਸ ਨਹੀਂ ਕਰ ਸਕਾਂਗੇ ਉਹਦਾ ਜਾ ਕੇ, ਕਿਉਂਕਿ ਉਹਨਾਂ ਦੀਆਂ ਪਰਿਸਥਿਤੀਆਂ ਹੋਰ ਤਰ੍ਹਾਂ ਦੀਆਂ ਜਾ। ਅੱਛਾ, ਇੱਕ ਗੱਲ ਹੋਰ ਜਿਹੜੀ ਇੰਪੋਰਟੈਂਟ ਆ ਉਹ ਇਹ ਆ ਕਿ ਉਹਨਾਂ ਦੇ ਜਿਹੜੇ ਸਾਥੀ ਰਾਜਗੁਰੂ ਤੇ ਸੁਖਦੇਵ ਸੀ, ਉਹਨਾਂ ਦੀ ਵੀ ਓਨੀ ਹੀ ਕੁਰਬਾਨੀ ਆ, ਔਰ ਫਿਲਾਸਫੀ ਜਿਹੜੀ ਸੀ ਉਹ ਭਗਤ ਸਿੰਘ ਦੀ ਫਿਲਾਸਫੀ ਤੋਂ ਹੀ ਪ੍ਰਭਾਵਿਤ ਸਨ। ਉਹਨਾਂ ਦਾ ਨਾਂ ਕਈ ਵਾਰੀ ਬਹੁਤ ਘੱਟ ਆਉਂਦਾ, ਲੇਕਿਨ ਉਹਨਾਂ ਬਾਰੇ ਜਾਣਕਾਰੀ ਹੈ ਕਿ ਉਹ ਕਿਸ ਫਿਲਾਸਫੀ ਦੇ ਸੀ? ਕੀ ਉਹ ਹੂ ਬਹੂ ਉਸੇ ਵਿਚਾਰਧਾਰਾ ਦੇ ਵਿਅਕਤੀ ਸੀ ਦੋਨੇ ਜਣੇ? ਸਭ ਦੇਖੋ, ਇਹਦੇ 'ਚ ਤਾਂ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉਹ ਦੋਏ ਬੰਦੇ ਉਸੇ ਵਿਚਾਰਧਾਰਾ ਦੇ ਸੀ, ਔਰ ਇਕੱਲੇ ਉਹੀ ਦੋਏ ਬੰਦੇ ਨਹੀਂ ਸੀ ਹੈ, ਉਹ ਜਿੰਨੇ ਵੀ ਬੰਦੇ ਸੀਗੇ ਜਿਹੜੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਬੰਦੇ ਸੀਗੇ ਜਾ ਕੇ, ਉਹ ਸਾਰੇ ਹੀ ਇਸ ਵਿਚਾਰਧਾਰਾ ਦੇ ਸੀ। ਅੱਛਾ, ਹੁਣ ਫਿਰ ਉਹੀ ਦੇਖੋ ਆਰਗੇਨਾਈਜੇਸ਼ਨ ਦਾ ਨਾਮ ਵੀ ਕੀ ਸੀ? ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ, ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਕਲੀਅਰ ਸੀ। ਉਹਦੇ ਉਹ ਆਰਗੇਨਾਈਜੇਸ਼ਨ ਬਣਾਈ ਜਿਹਦੇ ਤੱਕ ਕੰਮ ਕੀਤਾ ਜਾ ਕੇ। ਹੁਣ ਜਿਹੜੀ ਤੁਸੀਂ ਆਹ ਗੱਲ ਕੀਤੀ ਆ, ਉਹਨਾਂ ਦੀ 19 ਕੁਰਬਾਨੀ ਸੀਗੀ, ਪਰ ਤੁਸੀਂ ਕਹਿੰਦੇ ਉਹਨਾਂ ਦਾ ਉਹਨਾਂ ਨਾਂ ਨਹੀਂ ਹੋਇਆ। ਨਾਂ ਆਉਂਦਾ ਨਹੀਂ ਕਿਉਂਕਿ ਕਈ ਲੋਕ ਉਹਨਾਂ ਨੂੰ ਚੇਤੇ ਨਹੀਂ ਕਰਦੇ। ਉਹਨਾਂ ਨੂੰ ਚੇਤੇ ਜਿਹੜਾ ਘੱਟ ਕਰਨ ਦਾ ਕਾਰਨ ਹੈ ਨਾ ਜੀ, ਉਹ ਕਾਰਨ ਇਹ ਆ ਵੀ ਇੱਕ ਤਾਂ ਜਿਹੜੀ ਉਸ ਵੇਲੇ ਫਾਂਸੀ ਤੋਂ ਪਹਿਲਾਂ ਜਾ ਕੇ ਭਗਤ ਸਿੰਘ ਦਾ ਜਿਹੜਾ ਨਾਂ ਸਾਰੇ ਕੰਟਰੀ ਦੇ ਵਿੱਚ ਬਹੁਤ ਫੈਲ ਗਿਆ ਸੀ ਜੀ। ਇੱਕ ਜਿਹੜਾ ਲਿਖਤੀ ਰੂਪ ਦੇ ਵਿੱਚ ਫਲਸਫਾ ਦਿੱਤਾ ਉਹ ਨਹੀਂ ਦਿੱਤਾ ਸਾਰਾ ਜੀ ਭਗਤ ਸਿੰਘ ਨੇ। ਹਾਂ, ਇੱਕ ਉਹ ਜਿਹੜੀਆਂ ਕੋਰਟ ਦੇ ਵਿੱਚ ਅਪੀਅਰੈਂਸਿਸ ਦੇ ਵਿੱਚ ਉਹਨਾਂ ਦੇ ਆ ਕੇ ਅਪੀਅਰੈਂਸਿਸ ਜਿਹੜੀਆਂ ਹੈਗੀਆਂ ਉਹ ਭਗਤ ਸਿੰਘ ਦੀਆਂ ਹੁੰਦੀਆਂ ਜਾ ਕੇ, ਜਿਹੜੇ ਸੀ ਇੰਟੈਲੀਜੈਂਸ ਉਹਨਾਂ ਸਾਰਿਆਂ 'ਚ ਉਹ ਸੀ, ਲਿਖਤੀ ਰੂਪ ਵਿੱਚ ਵੀ ਉਹੀ ਜਾਂਦੇ ਸੀਗੇ, ਮਿਲਦੇ ਗਿਲਦੇ ਵੀ ਮੀਟਿੰਗਾਂ ਵੀ ਉਹੀ ਕਰਦੇ ਸੀ। ਸੋ ਇਸ ਕਰਕੇ ਉਹਨਾਂ ਦਾ ਉਹਨੇ ਆਪਣੇ ਵਿਚਾਰਾਂ ਨੂੰ ਜਿਹੜਾ ਲਿਖਤੀ ਰੂਪ ਦਿੱਤਾ ਉਹ ਭਗਤ ਸਿੰਘ ਨੂੰ ਨਹੀਂ ਦਿੱਤਾ। ਇਸ ਕਰਕੇ ਮੇਰੇ ਖਿਆਲ 'ਚ ਲੀਡਰਸ਼ਿਪ ਰੋਲ ਉਹਨਾਂ ਦਾ ਸੀਗਾ। ਬਾਕੀ ਜਿੱਥੇ ਤੱਕ ਆਪਣੀ ਜਾਨ ਦੇ ਦੇਣੀ, ਜਾਨ ਤਾਂ ਉਹਨੇ ਵੀ ਉੱਦਾਂ ਦੀ ਦਿੱਤੀ ਹੈ ਜਿੱਦਾਂ ਦੀ ਹੈਗੀ, ਔਰ ਉਹੀ ਕੁਛ ਹੋ ਰਿਹਾ ਸੀ। ਸੋਸ਼ਲਿਸਟ ਵਿਊ ਤੇ ਇਨਕਲਾਬੀ ਵਿਊ ਜਿਹੜੇ ਸੀਗੇ ਉਹ ਉਹਨਾਂ ਦੇ ਸੀਗੇ ਜਾ ਕੇ। ਬਾਰ-ਬਾਰ ਇਹ ਕਹੀ ਜਾਣਾ ਜਿਹੜਾ ਹੈਗਾ ਜੀ ਵੀ ਉਹ ਭਾਰਤ ਮਾਤਾ ਦੇ ਫਲਾਣੇ ਦੇ ਕਰਦੇ, ਇੱਦਾਂ ਗੱਲ ਹੈ ਨਹੀਂ ਹੈ। ਅੰਗਰੇਜ਼ਾਂ ਦੇ ਨਾਲ ਲੜਾਈ ਇਸ ਗੱਲ ਕਰਕੇ ਹੋ ਰਹੀ ਸੀ ਕਿਉਂਕਿ ਅੰਗਰੇਜ਼ ਸਾਮਰਾਜ ਦਾ ਇੱਕ ਬੜਾ ਹਿੱਸਾ ਸੀ ਔਰ ਸਾਮਰਾਜ ਦੀ ਰਿਪਰੈਜ਼ੈਂਟੇਸ਼ਨ ਇੰਡੀਆ 'ਚ ਕਰਦੇ ਸੀ। ਉਨੀ ਦੇਰ ਤੱਕ ਆਲਮੀ ਇਨਕਲਾਬ ਨਹੀਂ ਆ ਸਕਦਾ ਸੀ ਜਿੰਨੀ ਦੇਰ ਤੱਕ ਤੁਸੀਂ ਸਾਮਰਾਜੀ ਸ਼ਕਤੀਆਂ ਨੂੰ ਮਾਰ ਨਹੀਂ ਦਿੰਦੇ ਜਾ ਕੇ। ਸੋ ਲੜਾਈ ਉਸ ਵੇਲੇ ਸਾਮਰਾਜੀ ਸ਼ਕਤੀਆਂ ਦੇ ਖਿਲਾਫ ਸੀਗਾ, ਗੋਰੇ ਜਾਂ ਕਾਲੇ ਦਾ ਰੌਲਾ ਨਹੀਂ ਹੈ ਉੱਥੇ ਜਾ ਕੇ ਵੀ ਜਿਹਦੀ ਚਮੜੀ। ਹੁਣ ਭਗਤ ਸਿੰਘ ਦੀ 19 ਸਿੰਪਥੀ ਜਿਹੜੀ ਸੀਗੀ, ਜਿਹੜੀ ਬ੍ਰਿਟਿਸ਼ ਪ੍ਰੋਲੇਟੇਰੀਅਟ ਕਲਾਸ ਸੀ ਉਹਦੇ ਲਈ ਸੀ। ਇੰਗਲੈਂਡ ਦਾ ਜਿਹੜਾ ਮਜ਼ਦੂਰ ਮਰ ਰਿਹਾ ਸੀ, ਜਿਹੜਾ 12-12 ਘੰਟੇ ਕੰਮ ਕਰਦਾ ਸੀ ਜਾ ਕੇ, ਉਹਨੂੰ ਖਾਣ ਨੂੰ ਸੀ, ਉਹਨਾਂ ਵੀ ਸਿੰਪਥੀ ਹੈ। ਉਹਨਾਂ ਦੇ ਖਿਲਾਫ ਤਾਂ ਨਹੀਂ ਸੀ, ਉਹਨਾਂ ਦੀ ਲੜਾਈ ਸੀਗੀ। ਉਹਨਾਂ ਦੀ ਲੜਾਈ ਜਿਹੜੀ ਸੀਗੀ ਉਹ ਤਾਂ ਉਸ ਕਲਾਸ ਦੇ ਖਿਲਾਫ ਸੀ ਜਿਹੜੀ ਜਮਾਤ ਦਬਾਉਂਦੀ ਸੀ, ਇੰਗਲੈਂਡ ਦੇ ਲੋਕਾਂ ਨੂੰ ਵੀ ਦਬਾਉਂਦੀ ਸੀ, ਇੰਡੀਆ ਦੇ ਲੋਕਾਂ ਨੂੰ ਵੀ ਦਬਾਉਂਦੀ ਸੀ ਜਾ ਕੇ। ਪਰ ਉਸ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਮੋਹਨਦਾਸ ਕਰਮਚੰਦ ਗਾਂਧੀ ਜਾਂ ਹੋਰ ਕਈ ਲੋਕ ਸੀ, ਕਾਂਗਰਸ ਪਾਰਟੀ ਉਦੋਂ ਹੋਂਦ 'ਚ ਆ ਚੁੱਕੀ ਸੀ, ਇਹਨਾਂ ਨਾਲ ਲਗਾਤਾਰ ਉਹ ਮਿਲਦੇ ਜੁਲਦੇ ਰਹੇ, ਲੇਕਿਨ ਵਿਚਾਰਾਂ ਦਾ ਸ਼ਾਇਦ ਵਿਰੋਧ ਇੰਨਾ ਵੱਧ ਗਿਆ ਸੀ ਕਿ ਅਖੀਰ ਨੂੰ ਉਹ ਉਹਨਾਂ ਤੋਂ ਵੱਖਰੇ ਤੌਰ 'ਤੇ ਆਪਰੇਟ ਕਰਨ ਲੱਗ ਪਏ। ਦੇਖੋ, ਇਹ ਬੜੇ ਸਵਾਲ ਇਹਦੇ 'ਤੇ ਬਹੁਤ ਕੁਛ ਲਿਖਿਆ ਗਿਆ ਜਾ ਕੇ ਜੀ ਵੀ ਗਾਂਧੀ ਦਾ ਇਹਦੇ 'ਚ ਤਾਂ ਆਪਾਂ ਕੀ ਜਾਈਏ ਵੀ ਉਹ ਗਾਂਧੀ ਨੇ ਉੱਦਾਂ ਤੁਸੀਂ ਦੇਖੋ ਜਿਸ ਵੇਲੇ ਵਰਤ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ ਜਿੱਥੇ ਪੰਡਤ ਨਹਿਰੂ ਇਹਨਾਂ ਨੂੰ ਮਿਲ ਕੇ ਜਾ ਕੇ ਉਹਨੇ ਇਹਨਾਂ ਨੂੰ ਸਪੋਰਟ ਕੀਤਾ, ਉੱਥੇ ਜਿਨਾਹ ਨੇ ਵੀ ਕੀਤਾ, ਜਿਹਦਾ ਕਿ ਦੱਸਦੇ ਹੀ ਨਹੀਂ ਇੰਡੀਆ ਦੇ ਵਿੱਚ। ਮੁਹੰਮਦ ਅਲੀ ਜਿਨਾਹ ਨੇ ਵੀ ਇਹ ਲਿਖਿਆ ਵੀ ਇਹ ਜਿਹੜਾ ਯੰਗਮੈਨ ਮਰ ਰਿਹਾ ਇਸ ਵੇਲੇ ਭੁੱਖ ਹੜਤਾਲ ਜਾਂ ਜੇਲ੍ਹ 'ਚੋਂ ਨਹੀਂ ਕੀਤੀ ਹੈ, ਉਹਦੇ ਹੱਕ 'ਚ ਲਿਖ ਕੇ ਆਏ, ਉਹ ਜਿਨਾਹ ਨੇ ਵੀ ਲਿਖਿਆ। ਹੁਣ ਵੀ ਤੁਸੀਂ ਦੇਖੋ ਪਾਕਿਸਤਾਨ ਦੇ ਵਿੱਚ ਵੀ ਯਤਨ ਹੋ ਰਹੇ ਆ ਜਾ ਕੇ ਜਿਹੜੇ ਆ ਵੀ ਉਹ ਉਸ ਚੌਂਕ ਦਾ ਨਾਂ ਦੂਆ ਮੁੜ ਕੇ ਇੱਕ ਵਾਰ ਰੱਖ ਦਿੱਤਾ ਸੀ ਭਗਤ ਸਿੰਘ ਚੌਕ, ਫਿਰ ਦੁਬਾਰਾ ਫਿਰ ਉਹ ਭਗਤ ਸਿੰਘ ਹੁਣੀ ਹਿੰਦੁਸਤਾਨ ਦੀ ਜੰਗੇ ਆਜ਼ਾਦੀ ਦੇ ਵਿੱਚ ਆਲਮੀ ਇਨਕਲਾਬ ਨੂੰ ਦੇਖ ਰਹੇ ਸੀ। ਉਹ ਸਾਰੀ ਦੁਨੀਆ ਦੇ ਜਿਹੜੇ ਲੋਕਾਂ ਦੇ ਨਾਲ ਜ਼ੁਲਮ ਜ਼ਬਰ ਹੋ ਰਿਹਾ ਉਹਨਾਂ ਦੀ ਲੜਾਈ ਦੇਖ ਰਹੇ ਸੀ ਹਿੰਦੁਸਤਾਨ ਦੇ ਵਿੱਚ। ਉਹ ਸਮਝਦੇ ਸੀ ਉਹਨਾਂ ਦੀ ਲੜਾਈ ਲੜ ਰਹੇ ਹਾਂ। ਲੌਂਗ ਲਿਵ ਪ੍ਰੋਲੇਟੇਰੀਏਟ, ਡਾਊਨ ਵਿਦ ਇੰਪੀਰੀਅਲਿਜ਼ਮ, ਠੀਕ ਹੈ ਨਾ, ਲੌਂਗ ਲਿਵ ਸੋਸ਼ਲਿਸਟ ਰੈਵੋਲੂਸ਼ਨ, ਉਹ ਦੇਖ ਰਹੇ ਸੀ ਉਹਦੇ ਵਿੱਚ। ਉਹ ਭਾਰਤ ਮਾਤਾ ਕੀ ਜੇ ਭਾਰਤ ਮਾਤਾ ਨੂੰ ਆਜ਼ਾਦ ਕਰਾਉਣਾ ਉਹਦਾ ਇੱਕ ਹਿੱਸਾ ਸੀਗਾ। ਤਾਂ ਹੀ ਮੈਂ ਕਹਿੰਦਾ ਥੋੜ੍ਹਾ ਸਮਝਣ ਦੀ ਗੱਲ ਹੈ, ਇਹਨੂੰ ਗਲਤ ਪਾਸੇ ਨਾ ਸਮਝ ਲਿਓ। ਜਿੱਦਾਂ ਹੈਗਾ ਹਿੰਦੁਸਤਾਨ ਦੀ ਆਜ਼ਾਦੀ ਉਹ ਇਸ ਲਈ ਚਾਹੁੰਦੇ ਸੀ ਤਾਂ ਕਿ ਬਾਕੀ ਸਾਰੀ ਦੁਨੀਆ ਦੇ ਵਿੱਚ ਆਜ਼ਾਦੀ ਆਵੇ ਇੱਦਾਂ ਦੀ, ਔਰ ਸਾਰੀ ਦੁਨੀਆ 'ਚ ਆਜ਼ਾਦੀ ਤਾਂ ਆਊਗੀ ਜਿਸ ਵੇਲੇ ਅੰਗਰੇਜ਼ ਸਾਮਰਾਜ ਨੂੰ ਮਾਰਿਆ ਜਾਊਗਾ, ਕਿਉਂਕਿ ਇਹ ਬੜਾ ਸਾਮਰਾਜ ਉਸ ਵੇਲੇ ਸੀਗਾ ਜਾ ਕੇ। ਸ਼ਹੀਦ ਆਜ਼ਮ ਭਗਤ ਸਿੰਘ
ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਦਿਵਸ ਦੇ ਉੱਤੇ ਅੱਜ ਜਿਹੜੀ ਗੱਲਬਾਤ ਚੱਲ ਰਹੀ ਹੈ ਉਸ ਦੇ ਵਿੱਚ ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਾਡੇ ਨਾਲ ਨੇ। ਉਹ ਧੰਨ ਸਾਹਿਬ ਆਖਰ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਣਾ, ਜਦੋਂ ਲਾਸਟ ਦੇ ਵਿੱਚ ਸਮਝੋ ਹੋ ਗਿਆ ਸਭ ਕੁਝ ਹੋ ਗਿਆ, ਵੀ ਹੁਣ ਫਾਂਸੀ ਹੋਣੀ ਹੈ, ਅਤੇ ਉਹਨਾਂ ਨੂੰ ਫਿਰ ਅਪੀਲ ਲਈ ਕਿਹਾ ਗਿਆ ਵੀ ਅਪੀਲ ਕਰ ਵੀ ਇੱਕ ਪ੍ਰੀਵੀ ਕਾਉਂਸਲ ਨੂੰ, ਜਿਹੜੀ ਇੰਗਲੈਂਡ ਦੀ ਸਭ ਤੋਂ ਵੱਡੀ ਹੈ, ਜਿੱਦਾਂ ਆਪਣੇ ਹੁਣ ਸੁਪਰੀਮ ਕੋਰਟ ਆ, ਵੀ ਉਹਦੇ 'ਚ ਰਹਿਮ ਦੀ ਅਪੀਲ ਕੀਤੀ ਜਾਵੇ, ਜਿਹੜਾ ਕਿ ਉਹਨੇ ਆਊਟਰਾਈਟਲੀ ਰਿਜੈਕਟ ਕਰ ਦਿੱਤੀ ਵੀ ਨੋ ਉਹ ਨਹੀਂ ਮੈਂ ਕਰਨੀ ਹੈ ਜਾ ਕੇ। ਔਰ ਦੂਜੇ ਸੀ ਕੁਛ ਧਾਰਮਿਕ ਬੰਦਿਆਂ ਨੇ ਇਹ ਕਿਹਾ ਵੀ ਹੁਣ ਮਰਨ ਵੇਲੇ ਜਿਹੜਾ ਹੈਗਾ ਰੱਬ ਨੂੰ ਜਿਹੜਾ ਹੈਗਾ ਯਾਦ ਕਰ ਲਿਆ ਜਾਏਗਾ। ਉਹ ਇੱਕ ਲੈਟਰ 'ਚ ਵੀ ਲਿਖਦੇ ਆ, ਉਹ ਕਹਿੰਦੇ ਉੱਦਾਂ ਜਿਹੜਾ ਰਿਲੀਜਨ ਜਾਂ ਰੱਬ ਦਾ ਵਿਸ਼ਵਾਸ ਆ ਇਹ ਮੌਤ ਨੂੰ ਈਜ਼ੀ ਕਰ ਦਿੰਦਾ, ਇਹ ਲਿਖਿਆ ਉਹ ਨਹੀਂ। ਅੱਛਾ ਹਾਂ, ਉਹ ਕਹਿੰਦੇ ਵੀ ਇਹ ਮੌਤ ਨੂੰ ਈਜ਼ੀ ਕਰ ਦਿੰਦਾ ਆਦਮੀ ਨੂੰ ਜਿਹੜਾ ਹੈਗਾ ਆ, ਪਰ ਹੁਣ ਮੈਂ ਕਰਾਂਗੇ ਤਾਂ ਜਾਂ ਮੈਨੂੰ ਪਤਾ ਹੈ ਨਹੀਂ ਕੋਈ ਇੱਦਾਂ ਦੀ ਗੱਲ ਜਾ ਕੇ ਉਹ ਕਹਿੰਦੇ ਵੀ ਕੋਈ ਅਪੀਲ ਨਹੀਂ ਹੈ, ਜੇ ਤੁਸੀਂ ਮੈਨੂੰ ਕਹੋ ਅਪੀਲ ਕਰੋ ਜਾ ਕੇ ਰੱਬ ਨੂੰ ਜਾਂ ਪ੍ਰੀਵੀ ਕਾਉਂਸਲ ਨੂੰ, ਇਟ ਵਿਲ ਬੀ ਐਨ ਐਕਟ ਆਫ ਡਿਗਰੇਡੇਸ਼ਨ ਔਨ ਮਾਈ ਪਾਰਟ। ਕਹਿੰਦੇ ਮੈਂ ਬਹੁਤ ਗਿਰ ਜਾਊਂਗਾ, ਮੈਂ ਇੰਨਾ ਨਹੀਂ ਗਿਰਿਆ ਕਹਿੰਦੇ ਜਾ ਕੇ ਜਿਹੜਾ ਹੈ। ਸੋ ਕਿਆ ਬਾਤ ਹੈ ਉਸ ਬੰਦੇ ਦੀ, ਮੈਂ ਤਾਂ ਦੇਖਦਾ ਜਿਹੜਾ ਵੀ ਆਖਰੀ ਟਾਈਮ ਮਰਨ ਵੇਲੇ ਤੇ ਔਰ ਨੋਇੰਗ ਵੈਲ, ਉਹ ਇੱਕ ਉਹਨਾਂ ਨੇ ਮੇਰਾ ਖਿਆਲ ਸਿੱਖ ਸਕਾਲਰ ਨਾਲ ਗੱਲਬਾਤ ਵੀ ਹੁੰਦੀ, ਉਹ ਕਈਆਂ ਨੇ ਪੜ੍ਹੀ ਹੋਣੀ ਸਾਰੀ, ਉਹ 'ਚ ਵੀ ਉਹ ਕਲੀਅਰ ਇਹੀ ਕਰਦੇ, ਉਹ ਕਹਿੰਦੇ ਮੈਨੂੰ ਪਤਾ ਹੈ ਜਾ ਕੇ ਵੀ ਜੇ ਧਰਮ ਦੇ ਵਿੱਚ ਇੱਦਾਂ ਆ ਜਾਵੇ ਆਦਮੀ ਤਾਂ ਸੌਖਾ ਰਹਿੰਦਾ, ਉਹਨੂੰ ਵਿਸ਼ਵਾਸ ਹੋ ਜਾਂਦਾ, ਪਰ ਨਹੀਂ ਜਾ ਕੇ ਫਿਰ ਉਹ ਕਹਿੰਦੇ ਵੀ ਤੂੰ ਵੈਨਿਟੀ ਕਰਕੇ ਕਾਪੀ ਮੇਰਾ ਨਾਂ ਜ਼ਿਆਦਾ ਹੋਵੇ ਤਾਂ ਤੂੰ ਇਹ ਕਰਦਾ। ਉਹ ਕਹਿੰਦਾ ਨਾਂ ਤਾਂ ਮੇਰਾ ਦੂਜੀ ਤਰ੍ਹਾਂ ਜ਼ਿਆਦਾ ਹੋਣਾ ਜੇ ਮੈਂ ਮੰਨਣ ਲੱਗ ਪਵਾਂ, ਨਾਂ ਦੀ ਗੱਲ ਨਹੀਂ ਹੈ ਇਹ ਜਾ ਕੇ ਇਹ ਗੱਲ ਸਹੀ ਹੈ ਜਾ ਕੇ। ਸੋ ਮੈਂ ਫਿਰ ਇਹ ਕਰੂੰਗਾ ਵੀ ਬਜਾਏ ਇਸ ਦੇ ਜਿਹੜੇ ਅੱਜ ਕੱਲ੍ਹ ਦੇ ਡਿਫਰੈਂਟ ਪੋਲੀਟੀਕਲ ਪਾਰਟੀਆਂ ਦੇ ਲੀਡਰ ਉਹਨਾਂ ਨੂੰ ਪੇਸ਼ ਕਰਦੇ ਆ, ਉਹਨਾਂ ਨੂੰ ਵੀ ਗੱਲ ਮੰਨਣ ਦੀ ਬਜਾਏ ਜਿਹੜੀਆਂ ਭਗਤ ਸਿੰਘ ਹੁਣਾਂ ਦੀਆਂ ਓਰੀਜਨਲ ਲਿਖਤਾਂ ਆ ਉਹਦਾ ਅਧਿਐਨ ਕੀਤਾ ਜਾਵੇ, ਫਿਰ ਸਾਨੂੰ ਰੀਅਲ ਭਗਤ ਸਿੰਘ ਦਾ ਪਤਾ ਲੱਗੂਗਾ ਵੀ ਉਹ ਕੀ ਸੀਗਾ। ਇਹ ਜੇ ਕਿਸੇ ਦੇ ਉਹ ਹੋਗਾ, ਜੇ ਹੁਣ ਜਿਹੜੀ ਮੈਂ ਗੱਲ ਕਹਿੰਦਾ ਮੈਂ ਇਹ ਹੈ ਇਹ ਉਹਨਾਂ ਦੀਆਂ ਲਿਖਤਾਂ ਦੇ ਆਧਾਰ ਦੇ ਉੱਤੇ ਮੈਂ ਕਹਿੰਦਾ, ਠੀਕ ਹੈ। ਮੈਂ ਜਿਹੜੇ ਲੋਕ ਸਪੀਚਾਂ ਕਰਦੇ ਆ ਜਾਂ ਬਿਆਨ ਦਿੰਦੇ ਆ ਜਾਂ ਅਖਬਾਰਾਂ 'ਚ ਲੇਖ ਛਾਪਦੇ ਉਹਦੇ ਆਧਾਰ 'ਤੇ ਨਹੀਂ ਕਹਿੰਦਾ, ਜਿਹੜੀਆਂ ਉਹਨਾਂ ਦੀਆਂ ਆਪਣੀਆਂ ਓਰੀਜਨਲ ਲਿਖਤਾਂ ਆ ਜਾਂ ਉਹਦੀ ਓਰੀਜਨਲੀ ਜਾਂ ਕੋਰਟ ਪ੍ਰੋਸੀਡਿੰਗਸ ਦੇ ਵਿੱਚ ਜੋ ਕੁਛ ਕਿਹਾ ਜਾ ਕੇ ਉਹਦੇ ਆਧਾਰ ਦੇ ਉੱਤੇ ਆਪਣੀ ਟਾਕ ਸ਼ੋ ਅੱਜ ਦੀ ਸੀਗੀ, ਉਹਦੇ ਉੱਤੇ ਨਾ ਕਿ ਜਾ ਕੇ ਜੇ ਜੀ ਵੀ ਭਗਤ ਸਿੰਘ ਜਿੰਦਾਬਾਦ ਅਤੇ ਫਲਾਨਾ, ਉਹ ਉੱਦਾਂ ਨਹੀਂ ਹੋਈ ਜਾ ਕੇ ਵੀ ਅਸੀਂ ਐਂ ਕਰਾਂਗੇ, ਅਸੀਂ ਉਹ ਬੁੱਤ ਲਾਵਾਂਗੇ, ਫਲਾਨਾ ਕਰਾਂਗੇ, ਉਹਦੇ ਕਰਕੇ ਨਹੀਂ, ਓਰੀਜਨਲੀ ਜੋ ਨਹੀਂ ਲਿਖਿਆ। ਤਾਂ ਬਾਕੀ ਸੁਣਨ ਵਾਲਿਆਂ ਨੂੰ ਵੀ ਮੇਰੀ ਅਪੀਲ ਹੈ ਵੀ ਜੇ ਤੁਸੀਂ ਰੀਅਲ ਭਗਤ ਸਿੰਘ ਸਮਝਣਾ ਤਾਂ ਜਿਹੜੀਆਂ ਉਹਨਾਂ ਦੀਆਂ ਆਪਣੀਆਂ ਲਿਖਤਾਂ ਆ ਉਹਨਾਂ ਨੂੰ ਪੜ੍ਹ ਕੇ ਫਿਰ ਵਿਚਾਰ ਜਿਹੜਾ ਉਹਨਾਂ ਬਾਰੇ ਬਣਾਇਆ ਜਾਵੇ, ਨਾ ਕਿ ਕਿਸੇ ਦੇ ਕਹੇ। ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਪ੍ਰੋਲੋਟੈਰੀਅਨ ਜਿਹੜੇ ਤੁਸੀਂ ਕਹਿੰਦੇ ਹੋ ਮਜ਼ਦੂਰਾਂ ਦੀ ਹਮਾਇਤ ਅਤੇ ਜਿਹੜੇ ਰਿਸੋਰਸਫੁਲ ਲੋਕ ਨੇ ਜਿਹੜੇ ਸਾਮਰਾਜੀ ਸੁਸਾਇਟੀ ਦੇ ਬੁਰਜੁਆ ਉਹਨਾਂ ਦੇ ਵਿਰੁੱਧ ਅਤੇ ਸਾਰੀ ਦੁਨੀਆ ਦੇ ਵਿੱਚ ਤਬਦੀਲੀ ਲਿਆਉਣ ਦੀ ਗੱਲ। ਤਿੰਨ ਸਾਹਿਬ ਸਾਰੇ ਕਹੀ ਜਾਂਦੇ ਆ, ਤੁਸੀਂ ਹੁਣ ਦੇਖੋ ਕਿਸੇ ਦੀ ਸਪੀਚ ਸੁਣ ਲਓ ਜੀ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਜੀ, ਭਗਤ ਸਿੰਘ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਜਾ ਕੇ ਉਹ ਭਗਤ ਸਿੰਘ ਦਾ ਸੁਪਨਾ ਕੀ ਸੀ ਉਹ ਆਪਣੇ ਹਿਸਾਬ ਨਾਲ ਦੇਈ ਜਾਂਦੇ ਆ ਵੀ ਉਹਦੇ ਤਾਂ ਆਹ ਸੀਗੀ ਜੀ, ਉਹਦੇ ਸੇ ਆਹ ਸੀਗਾ ਜਾ ਕੇ। ਜੇ ਸੁਪਨਾ ਦਾ ਅਸਲ ਸੁਪਨਾ ਤਾਂ ਆਹ ਸੀਗਾ ਜੀ ਵੀ ਸਾਰੀ ਦੁਨੀਆ ਦੇ ਜਿਹੜੇ ਲੋਕਾਂ 'ਤੇ ਜ਼ਿਆਦਤੀ ਹੋ ਰਹੀ ਆ, ਲੁੱਟ ਹੋ ਰਹੇ ਆ, ਉਹਨਾਂ ਦੀ ਲਿਬਰੇਸ਼ਨ ਦੀ ਗੱਲ ਆ ਸਾਰੀ। ਔਰ ਸੈਨ ਸਾਹਿਬ ਕਲੀਅਰ ਕੀਤਾ ਹੈ ਗੱਲ ਵੀ ਸੋਸ਼ਲਿਸਟ ਰੈਵੋਲੂਸ਼ਨ, ਹੁਣ ਸੋਸ਼ਲ ਰੈਵੋਲੂਸ਼ਨ ਫੇਲ ਹੋ ਗਿਆ, ਠੀਕ ਹੈ, ਨਹੀਂ ਚੱਲਿਆ ਜਾ ਕੇ, ਦੁਨੀਆ ਨੇ ਐਕਸੈਪਟ ਨਹੀਂ ਕੀਤਾ। ਪਰ ਹੁਣ ਇੱਥੇ ਮੈਂ ਜਾਂ ਤੁਸੀਂ ਇਸ ਗੱਲ ਕਰਕੇ ਨਹੀਂ ਬੈਠੇ ਆ ਇਹ ਦੇਖਣ ਲਈ ਵੀ ਸੋਸ਼ਲਿਸਟ ਰੈਵੋਲੂਸ਼ਨ ਚੰਗਾ ਜਾਂ ਮਾੜਾ, ਇੱਥੇ ਇਹ ਆ ਵੀ ਉਹਨਾਂ ਦੇ ਵਿੱਚ ਉਹ ਕੀ ਚਾਹੁੰਦੇ ਸੀ। ਹੀ ਵਾਂਟਡ ਸੋਸ਼ਲਿਸਟ ਰੈਵੋਲੂਸ਼ਨ, ਸੋਸ਼ਲਿਸਟ ਰੈਵੋਲੂਸ਼ਨ ਚੰਗਾ ਜਾਂ ਮਾੜਾ ਜਾਂ ਫੇਲ ਹੋਇਆ ਜਾਂ ਕਾਮਯਾਬ ਹੋਇਆ ਦੂਜੀ ਚੀਜ਼ ਹੈ, ਪਰ ਇਹ ਭਗਤ ਸਿੰਘ ਦੇ ਵੀ ਉਹ ਇਹ ਸੀਗੇ ਵੀ ਸਾਰੀ ਦੁਨੀਆ ਦੇ ਵਿੱਚ ਆਲਮੀ ਇਨਕਲਾਬ ਆਵੇ ਔਰ ਲੋਕਾਂ ਦੀ ਲੁੱਟ ਖਸੁੱਟ ਜਿਹੜੀ ਹੈ ਬੰਦ ਹੋਵੇ। ਸਾਮਰਾਜ ਦੇ ਹੱਥੋਂ ਹਿੰਦੁਸਤਾਨ ਦੇ ਵਿੱਚ ਅੰਗਰੇਜ਼ੀ ਸਾਮਰਾਜ ਨੂੰ ਅਸੀਂ ਲੜਾਈ ਦੇਵਾਂਗੇ, ਡਟ ਕੇ ਦਿੱਤੀ ਲੜਾਈ ਔਰ ਉਹਦੇ ਲਈ ਕੋਈ ਕੁਰਬਾਨੀ ਦਿੱਤੀ। ਕਿਉਂਕਿ ਜੇ ਤੁਸੀਂ ਉਸ ਸਮੇਂ ਦੇ ਵਿੱਚ ਰੱਖ ਕੇ ਦੇਖਦੇ ਹੋ ਜਿਹੜਾ ਤੁਸੀਂ ਕਿਹਾ ਕਿ ਸਿਧਾਂਤ ਇਹ ਆ, ਹਾਂ, ਤਾਂ ਉਸ ਸਮੇਂ ਦੇ ਵਿੱਚ ਸੋਸ਼ਲਿਜ਼ਮ ਦੀ ਬੱਲੇ ਬੱਲੇ ਸੀ ਉਸ ਸਮੇਂ ਦੇ ਵਿੱਚ, ਪਰ ਉਸ ਤੋਂ ਬਾਅਦ ਸੋਸ਼ਲਿਜ਼ਮ ਮੁਕੰਮਲ ਤੌਰ ਦੇ ਉੱਤੇ ਫੇਲ ਹੋ ਗਿਆ। ਸਿੰਘ ਸਾਹਿਬ ਬਾਹਰ ਜਾ ਕੇ ਫੇਲ ਜਿਹੜਾ ਆਪਾਂ ਕਹਿ ਸਕਦੇ ਹਾਂ ਹੁਣ ਤਾਂ ਜਾ ਕੇ 100 ਸਾਲ ਤੋਂ ਉੱਪਰ ਹੋ ਗਈ ਹੈ ਗੱਲ ਜਾ ਕੇ ਜਿਹੜੀ ਹੋ ਗਈ ਆ। ਉਹ ਦੇਖੋ 1917 ਦੇ ਵਿੱਚ ਰਸ਼ੀਆ ਦੇ ਵਿੱਚ ਇਨਕਲਾਬ ਆਇਆ, 1900 ਉਹ ਫੇਰ ਸ਼ੁਰੂ ਹੋ ਗਿਆ, ਉੱਥੇ ਕਮਿਊਨਿਸਟ ਇੰਟਰਨੈਸ਼ਨਲ ਬਣ ਗਈ। ਉਹ ਤੋਂ ਬਾਅਦ ਜਾ ਕੇ ਸੈਕੰਡ ਵਰਲਡ ਵਾਰ ਵੇਲੇ ਇਕੱਠੇ 15-20 ਮੁਲਕ ਹੋ ਗਏ ਜਾ ਕੇ, ਉਹ 'ਚ ਚਾਈਨਾ ਦਾ ਰੈਵੋਲੂਸ਼ਨ ਆ। ਇੱਕ ਸਮਾਂ ਇੱਦਾਂ ਆ ਗਿਆ ਸੀਗਾ ਵੀ ਦੁਨੀਆ ਦੇ ਵਿੱਚ ਇੱਦਾਂ ਲੱਗਦਾ ਹੁੰਦਾ ਸੀ ਜਾ ਕੇ ਵੀ ਇਹ ਤਾਂ ਦੁਨੀਆ ਲਾਲ ਹੀ ਲਾਲ ਨਕਸ਼ੇ 'ਤੇ ਹੋਇਆ ਕੰਮ, ਠੀਕ ਹੈ ਨਾ ਜਾ ਕੇ। ਪਰ ਫਿਰ ਹੁਣ ਸਮੇਂ ਨੇ ਜਿਹੜਾ ਹੈਗਾ ਆ ਉਹ ਨਹੀਂ ਸਾਬਤ ਕੀਤਾ, ਕਈ ਹੋਰ ਫੈਕਟਰ ਆ ਗਏ। ਬੇਸ਼ੱਕ ਸਮੇਂ ਨੇ ਸਾਬਤ ਨਹੀਂ ਕੀਤਾ, ਪਰ ਇਹ ਗੱਲ ਨੂੰ ਤਾਂ ਝੁਠਲਾ ਹੀ ਨਾ ਸਕਦੇ, ਕਿਉਂਕਿ ਜੇ ਮਜ਼ਦੂਰ ਦੀ ਲੁੱਟ ਖਸੁੱਟ ਹੁੰਦੀ ਹੈ ਕਿਤੇ ਤਾਂ ਉਹ ਤਕਲੀਫ ਦੇ ਹੈ, ਉਹ ਤਕਲੀਫ ਦੇ। ਔਰ ਜਿਹੜਾ ਲੁੱਟ ਖਸੁੱਟ ਕਰਦਾ ਉਹ ਪਾਪੀ ਤੇ ਜ਼ੁਲਮ ਹੀ ਆ।
ਇਹ ਤਾਂ ਦੋ ਫੈਕਟਰ ਰਹਿਣਗੇ। ਇਹ ਤਾਂ ਰਹਿਣਗੇ ਜਾਂ ਜਿਹੜੀਆਂ ਉਹਨਾਂ ਦੀਆਂ ਭਾਵਨਾਵਾਂ ਆ, ਜਿਹੜੀ ਉਹਨਾਂ ਦੀ ਇੱਛਾ ਆ, ਜਿਹੜੀ ਉਹਨਾਂ ਦੀ ਖੁਆਇਸ਼ਾਂ ਸੀਗੀਆਂ ਔਰ ਜਿਹਦੇ ਲਈ ਉਹ ਲੜੇ, ਉਹ ਮਸਲਾ ਤਾਂ ਅਜੇ ਵੀ ਉੱਦਾਂ ਹੀ ਖੜਾ ਜੀ। ਉਹ ਤਾਂ ਅਜੇ ਵੀ ਉੱਦਾਂ ਹੀ ਖੜਾ। ਹੁਣ ਉਹ ਕਿੱਦਾਂ ਖਤਮ ਹੋਊਗਾ ਉਹ ਹੁਣ ਪ੍ਰੈਜ਼ੈਂਟ ਜਿਹੜੇ ਆ ਉਹ ਆਪਣੇ ਦੇਖਣ, ਪਰ ਜਿਸ ਚੀਜ਼ ਲਈ ਉਹ ਲੜੇ ਸੀਗੇ ਉਹ ਅਜੇ ਉੱਦਾਂ ਹੀ ਖੜਾ ਹੈ ਜਾ ਕੇ। ਪਰ ਉੱਤੇ ਲੜਾਈ ਲੜੀ ਹੈ, ਜਿੱਦਾਂ ਹੈਗਾ ਯੂੰ ਹੀ ਹਮੇਸ਼ਾ ਉਲਝਦੀ ਰਹੀ ਹੈ ਜ਼ੁਲਮ ਸੇ ਖਲਕ। ਇਹ ਤਾਂ ਲੜਾਈ ਤਾਂ ਇੱਦਾਂ ਚੱਲਦੀ ਰਹਿਣੀ ਹੈ। ਪਰ ਉਹ ਡਾਊਨ ਟ੍ਰੋਡਨ ਲਈ ਲੜਿਆ, ਜਿਹੜੀ ਹੇਠਲੀ ਕੁਚਲੀ ਹੋਈ ਜਮਾਤ ਸੀ ਉਹਨਾਂ ਲਈ ਉਹਨੇ ਲੜਾਈ ਕੀਤੀ ਹੈ। ਵੈਸੇ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸ਼ੁਕਰੀਆ। ਥੈਂਕ ਯੂ।